ਕਹਿੰਦੇ ਦਿਲ ਦੇ ਵਿੱਚ ਉਹ ਬਣਾ ਆ ਮੇਕਰ, ਕੋਈ ਮੇਕਰ ਹੁੰਦਾ ਪਹਿਲਾਂ ਕਹਿੰਦਾ ਕਿਡਨੀ ਕਹਿੰਦਾ ਕਿਡਨੀ ਸਾਡਾ ਵੀ ਸੀਗਾ ਜਾਂ ਕਿਤੇ ਦਾ ਕੋਈ ਐਕਸ਼ਨ ਆਈ ਸੀ ਆ ਦੇ ਫੋਟਾ ਸਾਰੀਆਂ। ਲੁਧਿਆਣਾ ਦੇ ਫੋਰਟਿਸ ਹਸਪਤਾਲ ਵਿੱਚ 22 ਸਾਲਾਂ ਯੁਵਕ ਦੀ ਮੌਤ ਹੋਣ ਮਗਰੋਂ ਪਰਿਵਾਰਕ ਮੈਂਬਰਾਂ ਨੇ ਜਤਾਇਆ ਸਾਰੀਆਂ ਨਾਰਮਲ ਹੈ। ਲੁਧਿਆਣਾ ਦੇ ਮੁੰਡਿਆਂ ਦੇ ਰਹਿਣ ਵਾਲੇ 22 ਸਾਲਾਂ ਯੁਵਕ ਦੀਪਕ ਦੀ ਫੋਰਟਿਸ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ, ਜਿਸ ਨੂੰ ਬੀਤੀ ਰਾਤ 10:30 ਵਜੇ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਦੀਪਕ ਦੀ ਭੈਣ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਦੀਪਕ, ਜਿਸ ਦੀ ਉਮਰ 22 ਸਾਲ ਸੀ, ਅਚਾਨਕ ਤਬੀਅਤ ਖਰਾਬ ਹੋਣ ਤੇ ਨੇੜੇ ਪੈਂਦੇ ਫੋਰਟਿਸ ਹਸਪਤਾਲ ਵਿੱਚ 10:30 ਵਜੇ ਇਲਾਜ ਲਈ ਦਾਖਲ ਕਰਵਾਇਆ ਗਿਆ ਅਤੇ ਉਹਨਾਂ ਵੱਲੋਂ 20,000 ਰੁਪਏ ਜਮ੍ਹਾਂ ਕਰਵਾ ਦਿੱਤੇ। ਠੀਕ 1 ਘੰਟੇ ਬਾਅਦ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਗਿਆ ਤੇ 20,000 ਰੁਪਏ ਹੋਰ ਜਮ੍ਹਾਂ ਕਰਵਾਉਣ ਲਈ ਕਿਹਾ। ਉਹਨਾਂ ਨੇ ਜਮ੍ਹਾਂ ਕਰਵਾ ਦਿੱਤੇ, ਪਰ ਸਵੇਰੇ 4 ਵਜੇ ਡਾਕਟਰ ਵੱਲੋਂ ਦੱਸਿਆ ਗਿਆ ਕਿ ਉਸ ਦੇ ਭਰਾ ਦੀ ਕਿਡਨੀ ਖਰਾਬ ਹੈ, ਡਾਇਲਿਸਿਸ ਕਰਨੀ ਪੈਣੀ ਹੈ। ਉਹਨਾਂ 30,000 ਰੁਪਏ ਹੋਰ ਜਮ੍ਹਾਂ ਕਰਵਾ ਦਿੱਤੇ, 65,000 ਹੋਰ ਜਮ੍ਹਾਂ ਕਰਵਾਉਣ ਲਈ ਕਿਹਾ। ਪਰ ਫਿਰ ਕੁਝ ਦੇਰ ਬਾਅਦ ਡਾਕਟਰ ਵੱਲੋਂ ਕਿਹਾ ਕਿ ਉਸ ਦੀ ਦੂਜੀ ਕਿਡਨੀ ਵੀ ਖਰਾਬ ਹੈ। ਉਹ ਨਸ਼ਾ ਕਰਦਾ ਸੀ, ਪਰ ਸਾਡਾ ਮੁੰਡਾ ਕਦੇ ਵੀ ਕੋਈ ਨਸ਼ਾ ਨਹੀਂ ਕਰਦਾ ਸੀ। ਡਾਕਟਰ ਵੱਲੋਂ ਉਹਨਾਂ ਨੂੰ ਮਿਲਣ ਵੀ ਨਹੀਂ ਦਿੱਤਾ ਅਤੇ ਪੂਰੀ ਰਾਤ ਗੁੰਮਰਾਹ ਕਰਦੇ ਰਹੇ ਅਤੇ ਸਵੇਰੇ ਡਾਕਟਰ ਵੱਲੋਂ ਦੱਸਿਆ ਕਿ ਦੀਪਕ ਦੀ ਮੌਤ ਹੋ ਚੁੱਕੀ ਹੈ। ਉਹਨਾਂ ਹਸਪਤਾਲ ਦੀ ਲਾਪਰਵਾਹੀ ਕਰਨ ਦੇ ਆਰੋਪ ਲਗਾਏ ਅਤੇ ਗੁੰਮਰਾਹ ਕਰਨ ਦੇ ਆਰੋਪ ਲਗਾਏ। ਆਪਣੇ ਭਰਾ ਦਾ ਪੋਸਟਮਾਰਟਮ ਕਰਨ ਦੀ ਗੱਲ ਕਹੀ। ਜ਼ਿਆਦਾ ਹੰਗਾਮਾ ਹੋਣ ਤੇ ਹਸਪਤਾਲ ਵੱਲੋਂ ਮੌਕੇ ਤੇ ਪੁਲਿਸ ਨੂੰ ਸੱਦ ਲਿੱਤਾ ਗਿਆ ਅਤੇ ਹਸਪਤਾਲ ਵੱਲੋਂ ਦੀਪਕ ਦੀ ਡੈੱਡ ਬੋਡੀ ਪੁਲਿਸ ਹਵਾਲੇ ਕਰ ਦਿੱਤੀ ਗਈ। ਫਾਇਰ ਨਿਊਜ਼ ਲੁਧਿਆਣਾ ਤੋਂ ਵਿਪਨ ਕੁਮਾਰ ਦੀ ਰਿਪੋਰਟ। ਮੇਰਾ ਨਾਮ ਮੋਨਿਕਾ ਵਾ। ਮੈਂ ਇੱਥੇ ਫੋਰਟਿਸ ਹਸਪਤਾਲ ਦੇ ਕੋਲ ਹੀ ਸਾਡਾ ਘਰ ਆ। ਮੁੰਡਿਆਂ ਦੇ ਰਹਿਣ ਵਾਲੇ ਅਸੀਂ ਤੇ ਸਾਡੇ ਕੋਲ ਫੋਰਟਿਸ ਹਸਪਤਾਲ ਪੈਂਦਾ ਵਾ। ਤੇ ਕੱਲ ਮੇਰਾ ਬ੍ਰਦਰ ਜਿਹਦਾ ਨਾਮ ਦੀਪਕ ਆ, ਅਸੀਂ ਉਹਨੂੰ ਲੈ ਕੇ ਆਏ ਇੱਥੇ। ਉਹਦੀ 22 ਸਾਲ ਉਮਰ ਸੀਗੀ। ਨਹੀਂ ਜੀ, ਮੈਰਿਡ ਨਹੀਂ ਹੈਗਾ। ਉਹ ਪੜ੍ਹਦਾ ਵਾ, MA 'ਚ ਪੜ੍ਹਦਾ ਸੀਗਾ। ਹਾਂਜੀ, ਤੇ ਅਸੀਂ ਲੈ ਕੇ ਆਏ ਕੱਲ। ਉਹਨੂੰ ਸੀਗਾ ਉਲਟੀਆਂ ਲੱਗੀਆਂ ਹੋਈਆਂ ਸੀਗੇ, ਪੇਟ 'ਚ ਇਨਫੈਕਸ਼ਨ ਸੀ ਤੇ ਉਲਟੀਆਂ ਸੀਗੀਆਂ। ਤੇ ਅਸੀਂ ਨਾ ਉਹਨੂੰ ਪਹਿਲਾਂ ਤਾਂ ਲੈ ਕੇ ਗਏ ਅਗਰਵਾਲ ਹਸਪਤਾਲ 'ਚ, ਤੇ ਉਹਨਾਂ ਨੇ ਕਿਹਾ ਹੈਗਾ ਵੀ ਇਹਨਾਂ ਦੇ ਪੇਟ 'ਚ ਇਨਫੈਕਸ਼ਨ ਹੈ, ਇੱਥੇ ਡਾਕਟਰ ਅਵੇਲੇਬਲ ਨਹੀਂ ਹੈਗਾ ਤੇ ਤੁਸੀਂ ਇੱਥੋਂ ਲੈ ਜਾਓ, ਕਿਉਂਕਿ ਸਾਨੂੰ ਟਾਈਮ ਥੋੜ੍ਹਾ ਜ਼ਿਆਦਾ ਹੋ ਗਿਆ ਸੀਗਾ। ਫਿਰ ਇਸ ਲਈ ਅਸੀਂ 10:30 ਵਜੇ ਅਸੀਂ ਸੋਚਿਆ ਵੀ ਸਾਡੇ ਘਰ ਦੇ ਕੋਲ ਹੈਗਾ, ਅਸੀਂ ਫੋਰਟਿਸ ਹਸਪਤਾਲ ਲੈ ਕੇ ਆ ਗਏ। ਤੇ 10:30 ਵਜੇ ਜਦੋਂ ਅਸੀਂ ਇੱਥੇ ਲੈ ਕੇ ਆਏ ਹਾਂ, ਪਹਿਲਾਂ ਇਹਨਾਂ ਨੇ 20,000 ਰੁਪਇਆ ਸਾਨੂੰ ਕਿਹਾ ਵੀ ਤੁਸੀਂ ਪਹਿਲਾਂ ਦਿਓ, ਫਿਰ ਅਸੀਂ ਸਾਡੇ ਪੇਸ਼ੈਂਟ ਨੂੰ ਐਡਮਿਟ ਕਰਾਂਗੇ। ਅਸੀਂ 20,000 ਰੁਪਇਆ ਉਸੇ ਟਾਈਮ ਦੇਤਾ ਇਹਨਾਂ ਨੇ। ਉਸ ਤੋਂ ਬਾਅਦ ਐਡਮਿਟ ਇਹਨਾਂ ਨੇ ਕਰ ਲਿਆ। ਫਿਰ ਉਸ ਤੋਂ ਬਾਅਦ 1 ਘੰਟੇ ਬਾਅਦ ਇਹ ਕਹਿੰਦੇ ਕਿ ਤੁਹਾਡਾ ਪੇਸ਼ੈਂਟ ਠੀਕ ਹੈਗਾ ਵਾ ਤੇ 11:30 ਵਜੇ ਕਹਿੰਦੇ ਤੁਸੀਂ ਦੂਸਰੇ ਵਾਰਡ 'ਚ ਇਹਨੂੰ ਕਰ ਦੇਣੇ ਆ। ਦੂਸਰੇ ਵਾਰਡ ਦੇ ਵਿੱਚ ਇਹਨਾਂ ਨੇ ਹਾਂਜੀ ਸ਼ਿਫਟ ਕਰ ਦਿੱਤਾ 10:30 ਵਜੇ, ਸੌਰੀ 11:30 ਵਜੇ। ਤੇ 11:30 ਵਜੇ ਮੁੜ ਕੇ ਪੂਰੀ ਰਾਤ ਬਿਲਕੁਲ ਸਹੀ ਰਿਹਾ, ਕੋਈ ਪ੍ਰੋਬਲਮ ਨਹੀਂ ਆ। ਔਰ ਸਵੇਰੇ 6 ਵਜੇ ਡਾਕਟਰ ਨੇ ਮੈਨੂੰ ਬੁਲਾਇਆ ਤੇ ਕਹਿੰਦੇ ਬੁਲਾ ਕੇ ਕਿ ਇਹਦੀ ਇੱਕ ਕਿਡਨੀ ਫੇਲ ਹੋ ਗਈ ਆ। ਮੈਂ ਕਿਹਾ ਰਾਤੋਂ ਰਾਤ ਕਿੱਦਾਂ ਇੱਕ ਕਿਡਨੀ ਫੇਲ ਹੋ ਗਈ, ਕੱਲ ਤਾਂ ਬਿਲਕੁਲ ਸਹੀ ਸੀਗਾ। ਕਹਿੰਦੇ ਸਾਨੂੰ ਨਹੀਂ ਪਤਾ, ਕਹਿੰਦੇ ਤੁਹਾਨੂੰ ਪਤਾ ਹੋਊਗਾ, ਤੁਹਾਡਾ ਮੁੰਡਾ ਨਸ਼ੇ ਕਰਦਾ ਹੋਊਗਾ। ਅਸੀਂ ਕਿਹਾ ਵੀ ਸਾਡਾ ਮੁੰਡਾ ਕੋਈ ਨਸ਼ੇ ਨਹੀਂ ਕਰਦਾ, ਉਹ ਤਾਂ ਕਾਲਜ ਜਾਂਦਾ ਵਾ, ਇੱਦਾਂ ਦਾ ਕੁਝ ਵੀ ਨਹੀਂ ਹੈਗਾ। ਮੇਰਾ ਬ੍ਰਦਰ ਤਾਂ ਕੋਈ ਵੀ ਇੱਦਾਂ ਦਾ ਨਸ਼ਾ ਨਹੀਂ ਕਰਦਾ। ਫਿਰ ਉਸ ਤੋਂ ਬਾਅਦ ਸਾਨੂੰ ਹੀ ਉਲਟਾ ਸਿੱਧਾ ਬੋਲਣ ਲੱਗੇ, ਤੁਸੀਂ ਕਹਿੰਦੇ ਪਹਿਲਾਂ ਹੀ ਬਿਮਾਰ ਕਰਕੇ ਇੱਥੇ ਲੈ ਕੇ ਆਏ ਹੈਗੇ ਹੋ, ਹੁਣ ਤੁਸੀਂ ਸਾਡੇ ਤੇ ਇਹ ਕਹਿ ਰਹੇ ਹੈਗੇ ਹੋ ਕਿ ਇਹ ਕਿ ਕਹਿੰਦੇ ਨੂੰ ਫਰਕ ਨਹੀਂ ਪੈ ਰਿਹਾ। ਤੇ ਚਲੋ ਅਸੀਂ ਕਿਹਾ ਚਲੋ ਠੀਕ ਆ, ਜਦੋਂ ਤੁਸੀਂ ਕਹੋ ਅਸੀਂ ਠੀਕ। ਕਹਿੰਦੇ ਇਹਦੀ ਡਾਇਲਿਸ ਹੋਊਗੀ। ਅਸੀਂ ਕਿਹਾ ਠੀਕ ਆ, ਅਸੀਂ ਕਰਾ ਦਿੰਦੇ ਹਾਂ, ਡਾਇਲਿਸ ਕਰਾ ਦਿੰਦੇ ਹਾਂ। ਫਿਰ ਇਹਨਾਂ ਨੇ 6 ਵਜੇ ਤੋਂ ਬਾਅਦ ਪਹਿਲਾਂ ਇੱਕ ਕਿਡਨੀ ਕਰੇ, 10:30 ਵਜੇ 10 ਵਜੇ 4 ਘੰਟਿਆਂ ਬਾਅਦ ਇਹਨਾਂ ਨੇ ਕਿਹਾ ਦੂਜੀ ਵੀ ਕਿਡਨੀ ਫੇਲ ਹੋ ਗਈ ਆ। ਤੁਸੀਂ ਦੱਸੋ 4 ਘੰਟਿਆਂ 'ਚ ਦੂਜੀ ਕਿਡਨੀ ਵੀ ਫੇਲ ਹੋ ਜੂਗੀ, ਠੀਕ ਆ। ਫਿਰ ਇਹਨਾਂ ਨੇ ਡਾਇਲਿਸ ਕਹਿੰਦੇ ਡਾਇਲਿਸ ਕਰਨੀ ਆ। ਫਿਰ ਇਹਨਾਂ ਨੇ ਡਾਇਲਿਸ 1.5 ਘੰਟਾ ਡਾਇਲਿਸ ਕੀਤੀ। ਉਸ ਤੋਂ ਬਾਅਦ ਕਹਿੰਦੇ ਅਜੇ ਅੱਧੀ ਡਾਇਲਿਸ ਹੋਈ ਆ, ਅੱਧੀ ਬਾਅਦ ਦੇ ਵਿੱਚ ਕਰਾਂਗੇ ਅਸੀਂ ਕਿਹਾ ਠੀਕ ਆ। ਫਿਰ ਇਹਨਾਂ ਨੇ ਦੁਬਾਰਾ ਸਾਨੂੰ ਬੁਲਾਇਆ, ਕਹਿੰਦੇ ਉਹਦੀ ਤਾਂ ਦਿਲ ਦੀ ਬਹੁਤ ਜ਼ਿਆਦਾ ਹਾਰਟ ਬੀਟ ਤੇਜ਼ ਹੋ ਗਈ ਆ ਤੇ ਇਹਦੇ ਮੇਕਰ ਪਾਉਣਾ ਪੈਣਾ ਵਾ। ਅਸੀਂ ਕਿਹਾ ਠੀਕ ਆ। ਤੇ ਅਸੀਂ ਕਿਹਾ ਵੀ ਕਹਿੰਦੇ ਇੰਨੇ ਪੈਸੇ ਜਮ੍ਹਾਂ ਕਰਵਾ ਦਿਓ। ਪਹਿਲਾਂ ਇਹਨਾਂ ਨੇ ਸਭ ਤੋਂ ਪਹਿਲਾਂ ਸਟਾਰਟਿੰਗ 'ਚ ਅਸੀਂ 20,000 ਕਰਾਇਆ, ਫਿਰ ਅਸੀਂ 30,000 ਰੁਪਇਆ ਕਰਵਾਇਆ, ਫਿਰ ਦੁਬਾਰਾ 20 ਕਰਾਇਆ। ਫਿਰ ਅਜੇ ਹੋਰ ਹੀ ਮੰਗਦੇ ਸੀਗੇ, ਇਹ ਮੰਗਦੇ ਪਏ ਸੀ ਸਾਡੇ ਕੋਲ 65 ਹਜੇ ਹੋਰ ਮੰਗ ਰਹੇ ਸੀਗੇ। ਉਹ ਹਜੇ ਸਾਡੇ ਕੋਲ ਨਹੀਂ ਸੀਗੇ ਪੈਸੇ, ਕਿਉਂਕਿ ਮੈਂ ਵੀ ਇਕੱਲੀ ਕਮਾਉਣ ਵਾਲੀ ਹਾਂ। ਕਿ ਅਸੀਂ ਕਿਹਾ ਕੋਈ ਗੱਲ ਨਹੀਂ, ਕਰ ਦਿੰਦੇ ਹਾਂ, ਤੁਸੀਂ ਇਲਾਜ ਸ਼ੁਰੂ ਕਰੋ। ਤੇ ਉਸ ਤੋਂ ਬਾਅਦ ਕੀ ਹੋਇਆ, ਹਜੇ ਅਸੀਂ ਪੈਸੇ ਜਮ੍ਹਾਂ ਕਰਾ ਕੇ ਹੀ ਆਏ ਹਾਂ। 5 ਮਿੰਟ ਬਾਅਦ ਇਹਨਾਂ ਨੇ ਮੇਕਰ ਪਾਇਆ ਜਾਂ ਨਹੀਂ ਪਾਇਆ ਇਹਨਾਂ ਨੂੰ ਪਤਾ। 5 ਮਿੰਟ ਬਾਅਦ ਇਹ ਕਹਿੰਦੇ ਤੁਹਾਡਾ ਮੁੰਡਾ ਮਰ ਗਿਆ, ਇਹਨੂੰ ਲੈ ਜਾਓ, ਸੌਰੀ ਅਸੀਂ ਕੁਛ ਨਹੀਂ ਕਰ ਸਕਦੇ। ਹੁਣ ਤੁਸੀਂ ਦੱਸੋ ਇਹਦੇ ਵਿੱਚ ਸਾਡਾ ਕੀ ਕਸੂਰ ਆ? ਅਸੀਂ ਤਾਂ ਇਹ ਸੋਚ ਕੇ ਲੈ ਕੇ ਆਏ ਕਿ ਸਾਡਾ ਭਰਾ ਮੇਰਾ ਚੰਗਾ ਹੋ ਜਾਊਗਾ ਇੱਥੇ, ਠੀਕ ਆ। ਇਸ ਲਈ ਸਾਨੂੰ ਇਨਸਾਫ ਚਾਹੀਦਾ ਕਿ ਜਿੱਦਾਂ ਸਾਡੇ ਨਾਲ ਹੋਇਆ ਉੱਦਾਂ ਕਿਸੇ ਹੋਰ ਦੇ ਨਾਲ ਨਾ ਹੋਵੇ। ਤੁਹਾਡੇ ਕੋਲ 70,000 ਰੁਪਏ ਜਮ੍ਹਾਂ ਹੋ ਚੁੱਕੇ? ਹਾਂਜੀ, ਸਾਡੇ ਵੱਲੋਂ 70,000 ਰੁਪਏ ਜਮ੍ਹਾਂ ਹੋ ਚੁੱਕੇ ਆ। ਇਹਨਾਂ ਨੇ 2 ਲੱਖ ਕਿਹਾ ਸੀ, ਅਸੀਂ ਪੂਰੇ ਜਮ੍ਹਾਂ ਨਹੀਂ ਕਰਾਏ ਹਜੇ ਤੱਕ। 2 ਲੱਖ ਨਹੀਂ, ਬਾਅਦ 'ਚ ਕਿਹਾ ਇਹਨਾਂ ਨੇ। ਹਾਂਜੀ, ਇਹਨਾਂ ਨੇ ਬਾਅਦ 'ਚ ਕਿਹਾ, ਕਹਿੰਦੇ 2 ਲੱਖ ਦੇ ਕਰੀਬ ਹੋਊਗਾ ਖਰਚਾ। ਅਸੀਂ ਕਿਹਾ ਠੀਕ ਆ, ਅਸੀਂ ਕਿਹਾ ਕਰ ਦਾਂਗੇ, ਪਰ ਲੇਕਿਨ ਸਾਡਾ ਮੁੰਡਾ ਤਾਂ ਔਰ ਮੇਨ ਗੱਲ ਇਹ ਕੱਲ੍ਹ ਦਾ ਸਾਨੂੰ ਮੁੰਡੇ ਨੂੰ ਮਿਲਣ ਹੀ ਨਹੀਂ ਦੇ ਰਹੇ ਹੈਗੇ, ਕਿਸੇ ਨੂੰ ਵੀ ਮਿਲਣ ਨਹੀਂ ਦੇ ਰਹੇ ਹੈਗੇ, ਅੰਦਰ ਹੀ ਨਹੀਂ ਜਾਣ ਦੇ ਰਹੇ ਹੈਗੇ। ਤੁਹਾਨੂੰ ਕਿੰਨੇ ਵਜੇ ਦੱਸਿਆ ਕਿ ਡੈਥ ਹੋ ਗਈ ਹੈ? ਇਹ ਸਾਨੂੰ ਦੱਸਿਆ ਹੈਗਾ ਇਹਨਾਂ ਨੇ 11:30 ਦੇ ਕਰੀਬ ਸਾਨੂੰ ਦੱਸਿਆ ਇਹਨਾਂ ਨੇ ਕਿ ਮੁੰਡੇ ਦੀ ਡੈਥ ਹੋ ਗਈ ਹੈ। ਹਾਂਜੀ, ਸਵੇਰੇ ਹੁਣ ਦੇਖੋ 6 ਵਜੇ ਤੋਂ ਲੈ ਕੇ
11:30 ਵਜੇ ਤੱਕ ਇਹਨਾਂ ਨੇ ਮੁੰਡਾ ਮਾਰਤਾ ਸਾਡਾ, ਔਰ 2 ਕਿਡਨੀਆਂ ਵੀ ਫੇਲ ਕਰਤੀਆਂ, ਮੇਕਰ ਵੀ ਪਾਤਾ, ਸਾਰਾ ਕੁਝ ਕਰਨ ਦੇ ਬਾਵਜੂਦ, ਪੈਸੇ ਵੀ ਦੇਣ ਦੇ ਬਾਵਜੂਦ ਇਹਨਾਂ ਨੇ ਸਾਡੇ ਹੱਥ 'ਚ ਫੜਾਤਾ। ਇਹਨਾਂ ਦੀ ਐਡੀ ਲਾਪਰਵਾਹੀ। ਉੱਤੋਂ ਸਾਨੂੰ ਬੋਲ ਰਿਹਾ, ਕਹਿੰਦੇ ਤੁਹਾਡਾ ਮੁੰਡਾ ਨਸ਼ਾ ਕਰਦਾ ਸੀਗਾ। ਸਾਡਾ ਮੁੰਡਾ ਨਸ਼ਾ ਕਰਦਾ ਨਾ, ਤੁਸੀਂ ਮੈਡੀਕਲ ਕਰਾਓ, ਤੁਸੀਂ ਮੈਡੀਕਲ ਦੇ ਵਿੱਚ ਆਊਗਾ ਕਿ ਸਾਡਾ ਮੁੰਡਾ ਨਸ਼ਾ ਕਰਦਾ ਕਿ ਨਹੀਂ ਕਰਦਾ। ਅਸੀਂ 3 ਭੈਣ ਭਰਾ ਵਾ, ਮੈਂ ਸਭ ਤੋਂ ਵੱਡੀ ਆ, ਫਿਰ ਜਿਹੜਾ ਇਹ ਸੀਗਾ ਔਰ ਇੱਕ ਹੋਰ ਛੋਟਾ ਵਾ ਸਭ ਤੋਂ। ਹਾਂਜੀ, ਉਹ ਵੀ ਬ੍ਰਦਰ। ਇਹ 22 ਸਾਲ ਦਾ ਸੀਗਾ। ਹਾਂਜੀ ਜੀ, ਅਸੀਂ ਮੈਡੀਕਲ ਕਰਵਾ ਰਹੇ ਹਾਂ। ਹਾਂਜੀ ਬਿਲकुल बिल्कुल जी। ਹਾਂਜੀ ਹਾਂ, ਅਸੀਂ ਇਹ ਚਾਹੁੰਦੇ ਹਾਂ ਕਿ ਸਾਨੂੰ ਇਨਸਾਫ ਮਿਲੇ। ਅਸੀਂ ਇਹੀ ਚਾਹੁੰਦੇ ਹੈਗੇ ਆ, ਸਭ ਜਿੱਦਾਂ ਸਾਡੇ ਨਾਲ ਇਹਨਾਂ ਨੇ ਕੀਤਾ ਵਾ, ਤਾਂ ਕਿ ਹੋਰ ਕਿਸੇ ਨਾਲ ਨਾ ਕਰ ਸਕਣ। ਹਾਂਜੀ ਹਾਂਜੀ, ਪੁਲਿਸ ਵੀ ਆਈ ਸੀ, ਉਹ ਇਹਨਾਂ ਨੇ ਹੀ ਬੁਲਾਇਆ ਵਾ, ਪੁਲਿਸ ਵਾਲੇ ਇਹਨਾਂ ਨੇ ਬੁਲਾਇਆ ਵਾ, ਪਰ ਲੇਕਿਨ ਅਸੀਂ ਪੁਲਿਸ ਵਾਲਿਆਂ ਨੂੰ ਜੋ ਸੱਚ ਸੀ ਅਸੀਂ ਉਹਨਾਂ ਨੂੰ ਦੱਸਤਾ। ਨਹੀਂ, ਅਸੀਂ ਨਹੀਂ ਲਿਖਾਈ ਜੀ, ਅਸੀਂ ਕੁਝ ਨਹੀਂ ਲਿਖਾਇਆ ਹੈਗਾ। ਹਾਂਜੀ ਹਾਂਜੀ ਹਾਂਜੀ, ਉਹ ਤਾਂ ਜੀ ਅਸੀਂ ਪੋਸਟਮਾਰਟਮ ਕਰ ਰਹੇ ਹਾਂ, ਪੋਸਟਮਾਰਟਮ ਤੋਂ ਬਾਅਦ ਫਿਰ ਅਸੀਂ ਕਰਾਂਗੇ। ਹਾਂਜੀ, ਬਸ ਸਾਡੀ ਇਹੀ ਹੈਗੀ ਆ ਕਿ ਸਾਨੂੰ ਇਨਸਾਫ ਮਿਲੇ। ਮੇਰਾ ਨਾਮ ਬੱਬਲ ਆ ਜੀ, ਮੇਰਾ ਭਾਣਜਾ ਤਾਂ ਇਹ ਉਹਨੂੰ ਰਾਤ ਨੂੰ ਉਲਟੀਆਂ ਟੱਟੀਆਂ ਲੱਗੀਆਂ ਆ। ਜਿਹੜਾ ਸਾਡਾ ਫੈਮਿਲੀ ਡਾਕਟਰ ਆ ਉਹਦੇ ਕੋਲ ਲੈ ਕੇ ਗਏ, ਉਹ ਕਹਿੰਦਾ ਵੀ ਇਦਾਂ ਕਰੋ ਤੁਸੀਂ ਇਹਦੀਆਂ ਰਿਪੋਰਟਾਂ ਕਰਾ ਲਿਆਓ ਸਾਰੀਆਂ। ਉਹਨੇ ਲਿਖ ਕੇ ਦਿੱਤੀਆਂ, ਅਸੀਂ ਉਹ ਕਰਾ ਕੇ ਆਏ ਤਾਂ ਰਾਤ ਹੋ ਗਈ, ਉਹਨਾਂ ਨੇ ਬੰਦ ਕਰਤਾ। ਅਸੀਂ ਕਿਹਾ ਵੀ ਇੱਥੇ ਉਹਦੀ ਹਾਲਤ ਜ਼ਿਆਦਾ ਖਰਾਬ ਆ, ਵੀ ਉਲਟੀਆਂ ਟੱਟੀਆਂ, ਵੀ ਇੱਥੇ ਨੇੜੇ ਆ ਹਸਪੀਟਲ, ਇੱਥੇ ਅਸੀਂ ਲੈ ਜਾਂਦੇ ਹਾਂ। ਬਸ ਅਸੀਂ ਇੱਥੇ ਲੈ ਕੇ ਆਏ ਹਾਂ। ਉਹਨਾਂ ਨੇ ਕਿਹਾ, ਇਹ ਕਹਿੰਦੇ ਜੀ ਉਹਦੀਆਂ ਕਿਡਨੀਆਂ ਖਰਾਬ ਹੋ ਗਈਆਂ, ਪਹਿਲਾਂ 20,000 ਪਹਿਲਾਂ ਜਮ੍ਹਾਂ ਕਰਾ ਲਿਆ, ਬਾਅਦ 'ਚ ਫਿਰ ਪੈਸੇ ਜਮ੍ਹਾਂ ਕਰਾ ਲਏ। ਪੜ੍ਹਦਾ ਸੀ ਜੀ, MA 'ਚ ਪੜ੍ਹਦਾ ਸੀ ਜੀ। ਉਸ ਤੋਂ ਬਾਅਦ ਨਾਲ ਹੀ ਮਤਲਬ ਕਿ ਇਹਨਾਂ ਨੇ ਕਿਹਾ ਵੀ ਉਹ ਇੱਕ ਮੇਕਰ ਪੈਣਾ, ਉਹਦਾ ਦਿਲ ਜਵਾਬ ਦਿੰਦਾ ਜਾਂਦਾ। ਉਹਦੇ ਪੈਸੇ ਜਮ੍ਹਾਂ ਕਰਾਏ, ਨਾਲ ਹੀ ਕਹਿੰਦੇ ਜੀ ਤੁਹਾਡੇ ਮੁੰਡੇ ਦੀ ਡੈਥ ਹੋ ਗਈ 5 ਮਿੰਟ ਬਾਅਦ। 5 ਮਿੰਟ ਦੇ ਵਿੱਚ ਆਪਰੇਸ਼ਨ ਹੋ ਜਾਂਦਾ ਜੀ। ਉਹਨਾਂ ਨੇ ਫਿਰ ਇਹਨਾਂ ਨੂੰ ਅਸੀਂ 30,000 ਰੁਪਏ ਦਿੱਤਾ। 70,000 ਮੰਗਦੇ ਸੀ, ਅਸੀਂ ਕਿਹਾ ਵੀ 42,000 ਅਸੀਂ ਬਾਅਦ 'ਚ ਦੇਵਾਂਗੇ, ਪਹਿਲਾਂ ਤੁਸੀਂ ਮੇਕਰ ਪਾ ਦਿਓ। ਕਹਿੰਦਾ ਕੋਈ ਨਹੀਂ, ਪਾ ਦਿੰਦੇ ਆ। ਜਦ ਇਹ ਉੱਪਰ ਗਏ ਆ ਤੇ ਫਿਰ ਕਹਿੰਦੇ, ਪਹਿਲਾਂ ਕਹਿੰਦੇ ਪਾ ਦਿੰਦੇ ਆ, ਪੈਸੇ ਜਮ੍ਹਾਂ ਕਰੋ, ਬਾਅਦ 'ਚ ਕਹਿੰਦੇ ਜੀ ਮੇਕਰ ਤਾਂ ਅਸੀਂ ਪਾ ਵੀ ਦਿੱਤਾ। ਪਹਿਲਾਂ ਕਹਿੰਦੇ ਅਸੀਂ ਪੈਸੇ ਦੇ ਦਿਓ, ਮੇਕਰ ਪਾਤਾ। ਬਾਅਦ 'ਚ ਜਦੋਂ ਮੈਂ ਕਿਹਾ ਵੀ ਮੈਨੂੰ ਮਿਲਾਓ, ਹੈਂ, ਕਹਿੰਦਾ ਸੌਰੀ ਮਾਤਾ, ਅਸੀਂ ਇਹਨੂੰ ਬਚਾਈ। ਮਿਲਣ ਹੀ ਨਹੀਂ ਦਿੱਤਾ ਇੱਕ ਵਾਰੀ। ਲਾਪਰਵਾਹੀ, ਇਸ ਤੋਂ ਜ਼ਿਆਦਾ ਲਾਪਰਵਾਹੀ ਕੀ ਹੋ ਸਕਦੀ? ਇਹ ਦੱਸੋ, ਸਾਨੂੰ ਕਹਿੰਦਾ ਤੁਸੀਂ ਸਾਨੂੰ ਕੱਲ ਇੱਕ ਵਾਰੀ ਮਿਲਣ ਦਿੱਤਾ, ਇਹਨਾਂ ਨੇ ਸਾਨੂੰ ਜਿੱਦਾਂ ਕਹਿੰਦੇ ਅੱਜ ਸਵੇਰ ਤੋਂ ਲੈ ਕੇ ਮੈਨੂੰ ਕਿਉਂ ਨਹੀਂ ਅੰਦਰ ਜਾਣ। ਉਹਨਾਂ ਨੇ ਅੰਦਰ ਹੀ ਨਹੀਂ ਜਾਣ ਦਿੱਤਾ ਜੀ, ਅੰਦਰ ਹੀ ਨਹੀਂ ਜਾਂਦਾ, ਮਿਲਣ ਹੀ ਦਿੱਤਾ। ਸਾਨੂੰ ਤਾਂ ਲਾਸ਼ ਹੀ ਦਿੱਤੀ ਆ ਵੀ ਆਹ ਦੇਖ ਲਓ ਜੀ ਪਿਆ। ਕਿੰਨੇ ਵਜੇ ਦਾ ਟਾਈਮ ਹੋ ਗਿਆ ਹੁਣ? ਨਾ ਕਿੰਨੇ ਕ ਵਜੇ ਦਾ ਟਾਈਮ ਸੀ? 10:30 11 ਵਜੇ ਦਾ ਟਾਈਮ ਸੀ। ਅਸੀਂ ਪੋਸਟਮਾਰਟਮ ਕਰਾਉਣਾ ਜੀ, ਕਾਰਵਾਈ ਕਰਾਣੀ ਆ। ਪੁਲਿਸ ਵਾਲਿਆਂ ਨੂੰ ਕਹਿਤਾ ਆ ਜੀ, ਪੁਲਿਸ ਵਾਲੇ ਕਹਿੰਦੇ ਆ ਵੀ 3-4 ਘੰਟੇ ਦੇ ਲੱਗ ਜਾਣੇ, ਸਾਨੂੰ ਪੇਪਰ ਬਣਾਉਣੇ ਆ ਜੀ, ਐਂ ਕਰਨੇ ਆ। ਸਾਨੂੰ ਤਾਂ ਸਾਰੇ ਇੱਥੇ ਗੁੰਮਰਾਹ ਕਰੀ ਜਾ ਰਹੇ ਜੀ। हॉस्पिटल में आपका जो ओहदा गया है, उसके बाद में आप ये बताइए कि जो एक बाहर लोग बैठे हुए हैं कुछ रो रहे हैं कि हमारा एक लड़की की डेथ होगी, क्या कारण था? डॉक्टर अनामिका आहूजा है मेरा नाम, और मैं मेडिकल सुपरिटेंडेंट की तरह काम कर रही हूँ फोर्टिस हॉस्पिटल में। जो ये मुद्दा
हम इलाज करवाना चाहते हैं, आप जारी रखिए। तो हमने फिर पेशेंट का जो भी ट्रीटमेंट हो सकता था, क्योंकि रीनल शटडाउन था, डायलिसिस कराना ज़रूरी था, पेशेंट का डायलिसिस करवाया। और पर 4 बजे पेशेंट को एक बार, क्योंकि हार्ट ठीक से काम नहीं कर रहा था, क्योंकि जब हार्ट डायलेट हुआ होता है तो वो ठीक से काम नहीं करता, उसकी इजेक्शन फ्रैक्शन सिर्फ 15 थी, जो कि 50-60 के ऊपर ही होनी चाहिए, ठीक है। उस केस में लिवर भी इन्वॉल्व है, किडनीज भी इन्वॉल्व है, तो पेशेंट को हार्ट अटैक आया 4 बजे। हमने रिससिटेशन शुरू कर दिया उसमें। 5 बजे इनको फिर बताया कि बचने के चांसेस नहीं है, बट मैंने कहा आप कोशिश करते रहिए जो भी आपसे हो सकता है। पेशेंट को इंट्यूबेट करना पड़ा, पेशेंट को वेंटिलेटर पे लेना पड़ा हमें। तो हमने हमारी तरफ से जो हो सकता था किया। फिर भी हमने कार्डियोलॉजिस्ट एक कंसल्टेशन भी ली नेफ्रोलॉजिस्ट के बाद। तो उनको बिकॉज बार बार हमें रिससिटेशन कर रहे थे, हम CPR कर रहे थे, तो उन्होंने कहा चलो विल ट्राई कि अगर टेम्प्रेरी हम पेसमेकर डाल के इसको रिवाइव करने की कोशिश कर सकें, तो दैट इज़ द लास्ट ऑप्शन। बट वो भी करके देख लिया तो पेशेंट हमारा रिवाइव नहीं हुआ। मैडम उनका आरोप था कि टेस्ट होने के बावजूद बाहर से उन्होंने जो टेस्ट कराए थे उसमें कुछ भी ऐसा नहीं था। एक थोड़ी सी मामूली सी उन्होंने ये बोला इन्फेक्शन की है। देखो जी, उन्होंने हमें बाहर की कोई भी कुछ नहीं दिया, ना उन्होंने हमें हिस्ट्री प्रॉपर दी है। वार्ड में शिफ्ट कर दिया गया था ठीक होने के वार्ड बाद। नहीं है जी, कार्डियक केयर यूनिट है हमारा, जो हार्ट का ICU होता है, वहाँ पे पेशेंट था। वार्ड में तो पेशेंट जा ही नहीं सकता था, इतना सीरियस। और ये कंडीशन उसकी ठीक है, ठीक 11:30 बजे को शिफ्ट कर दिया गया। और जो आप बोल रहे देखो हैं जी, 4 बजे कार्डियक केयर यूनिट इज़ अ ICU ऑफ हार्ट पेशेंट। अगर आप लोकल लैंग्वेज में लेते रहोगे चीज़ें तो ऐसे फिर बहुत मुश्किल हो जाएगा। बिकॉज आपको अगर बंदा बात करता हुआ दिख रहा है, उससे नहीं पता चलेगा कि उसका हार्ट नहीं काम कर रहा है, या उसका लिवर नहीं काम कर रहा है, या उसकी किडनीज नहीं काम कर रही हैं। उनका कहना है कि हमें तो मिलने ही नहीं दिया। ऐसे आप बताइए, आप फाइल पे किस तरह से लिख रहे हो कि मेरे पेशेंट का जारी रखे ट्रीटमेंट, जब हम आपको मिलने नहीं देंगे। मैंने एक और बात की थी, उन लोगों ने बताया कि डॉक्टर साहब बोल रहे थे कि जो नशे का आदमी था तो नशा वगैरह रोज वगैरह भी लेता देखो ये ऐसी स्टेटमेंट हमारे यहाँ से किसी ने नहीं दी है। ये अब सारा कुछ मेकअप किया जा रहा है, ठीक है। आपके पास कहा जा रहा है कि उसकी डेथ 4 बजे, जबकि वो बोल रहे थे हमें आज सुबह 11:30 बजे बताया गया था। देखो ऐसा कुछ नहीं है कि 4 बजे डेथ। 4 बजे फर्स्ट अटैक आया था जिसमें हमने रिससिटेशन शुरू की थी। डेथ तो नहीं हुई थी, डेथ तो बाद में डिक्लेयर की है जब सारा कुछ फेल हो गया, क्योंकि तब से तो हम रिससिटेशन में ही लगे हुए थे। CPR भी चल रहा था, बीच बीच में पेशेंट रिवाइव हो रहा था, वेंटिलेटर पे था पेशेंट। ऐसी कोई बात नहीं। तो उनकी जो आरोप है कि अनगैली हुई है उसके बारे में क्या कहना है? अनगैली हमारी तरफ से तो कुछ नहीं है। जो भी बेस्ट पेशेंट के लिए हो सकता था हमने क्लियर कट 12 बजे इनको सारा कुछ एक्सप्लेन कर दिया था। हमारी तरफ से ये है, इन्होंने हमें बोला ट्रीटमेंट जारी करने के लिए, बिकॉज बाहर से ये सब तरह से ना करके आ गए थे। उनको भी पता था कि पेशेंट की कंडीशन सीरियस है, लेकिन इन्होंने हमारे साथ कोई भी रिपोर्ट्स नहीं शेयर की, कोई हिस्ट्री शेयर नहीं की। अपना इलाज करवाते रहे हैं 3-4 साल से बाहर, लेकिन अब हमसे सारा कुछ छुपा के ये दूसरी अलग सी स्टेटमेंट्स दे रहे हैं, जो कि नहीं है ठीक ये है। आपके पास कल आए हैं मतलब? ये कल रात को हमारे पास आए। प्रॉपर डेथ कितने बजे हुई थी? रवि प्लीज़ गिव मी द टाइम ऑफ डेथ। को बताया उस, बिकॉज आई वॉज बिजी विद एवरीथिंग पुलिस एंड ऑल, तो मैंने टाइम ऑफ डेथ कंफर्म कीजिए प्लीज़, बिकॉज इन्होंने हमें कंसेंट दी कि आप अपना ट्रीटमेंट कीजिए। तो जो पॉसिबल हमारी तरफ से हो सकता था वो हम कर रहे थे, बट बार बार हम एक्सप्लेन कर रहे थे कि बचना मुश्किल है, हम ये भी कर सकते हैं, जो जो हमें मेडिकली लगता है हम करने को तैयार है। लेकिन हम उसके बाद में भी हमें पता है कि पेशेंट का बचना मुश्किल है, तो उसमें हमारे भी हाथ बनते हैं कि हम उसको जो ऑलरेडी शट डाउन हो गया है, जो ऑलरेडी ख़राब हो गया, उसको हम रिवाइव नहीं कर सकते। उस तरह से कुछ भी नहीं हुआ, उल्टा उन्होंने हमारे साथ बहुत मिसबिहेव किया। तो पुलिस बुलाई गई थी आपकी तरफ से? पुलिस बुलाई गई थी? हाँ जी, हमने भी इन्फॉर्म किया है उनको, पुलिस को, क्योंकि ये लोग भी हमें धमका रहे थे कि हम ये करेंगे, हम पुलिस बुलाएंगे एंड ऑल है। बिकॉज पेशेंट्स के सामने आप देखो, आप एक ICU में हो, हमारे वहाँ पे सिक पेशेंट हैं बहुत सारे, और वहाँ आप चिल्लाना चिल्लाना और ऐसे सब हाथापाई शुरू कर देते हो, तो वो कोई अच्छी बात नहीं, क्योंकि बाकी पेशेंट भी सिक वहाँ पे हैं। कोई परिवार की तरफ से कोई नुकसान तो नहीं किया, जैसे तोड़-फोड़ कर देती है? करने की कोशिश तो थी, लेकिन फिर हमने भी पुलिस बुला के थोड़ा सा रिस्ट्रेन करा दिया, लेकिन उन्होंने कोई कसर नहीं छोड़ी थी कि कुछ भी बोलने में उन्होंने काफ़ी नुकसान किया है हमारा। बाकी पेशेंटों को काफी मुश्किल का सामना करना नहीं, हमने वो करने नहीं दिया, बिकॉज उसमें ही हमने पहले ही कंट्रोल कर लिया था। किसी भी पेशेंट को इससे कोई भी नुकसान नहीं हुआ।